ਭਵਿੱਖ ਵੀ ਬਣੇਗਾ ਔਰ ਅੱਗੇ ਆਉਣ ਵਾਲੇ ਬੱਚਿਆਂ ਦਾ ਵੀ ਇਹਨਾਂ ਨੂੰ ਵੋਟਾਂ ਪਾ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਸਾਨੂੰ ਉਸ ਟਾਈਮ ਫਕਰ ਮਹਿਸੂਸ ਹੁੰਦਾ ਸੀ ਸਾਡੇ ਪੇਰੈਂਟਸ ਨੂੰ, ਮਾਂ-ਬਾਪ ਨੂੰ, ਕਿ ਹੁਣ ਤੁਸੀਂ ਜੌਬ ਲੈ ਲਓਗੇ, ਪਰ ਨਹੀਂ, ਸਾਨੂੰ ਬੜੀ ਮੁਸ਼ਕਲ ਨਾਲ ਬਚਾਇਆ ਗਿਆ। ਪਰ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਹੈ। ਨਰਿੰਦਰ ਭਰਾਜ ਇੱਥੋਂ ਲੰਘ ਕੇ ਜਾਂਦੇ ਨੇ, ਸੀਐਮ ਭਗਵੰਤ ਮਾਨ ਦੀ ਮਾਤਾ ਜੀ ਇੱਥੇ ਜਾ ਕੇ ਤਮਾਸ਼ਾ ਦੇਖ ਕੇ ਜਾਂਦੇ ਨੇ। ਜਨਵਰੀ ਨੂੰ ਆਏ ਸੀ, ਤੁਸੀਂ ਕਿਹਾ ਸੀ ਕਿ ਤੁਹਾਨੂੰ ਰੈਗੂਲਰ ਬੇਸਿਸ ਤੇ, ਜਿਵੇਂ ਦਿੱਲੀ ਦੇ ਵਿੱਚ ਅਸੀਂ ਕਰੋਨਾ ਯੋਧਿਆਂ ਨੂੰ ਪੱਕੇ ਕੀਤਾ ਸੀ, ਤੁਹਾਨੂੰ ਪੱਕਾ ਰੁਜ਼ਗਾਰ ਦੇਵਾਂਗੇ। ਸਰ ਅਸੀਂ ਇੱਕੋ ਰਿਕੁਐਸਟ ਕਰਨਾ ਚਾਹਾਂਗੇ ਕਿ ਪੱਕਾ ਰੁਜ਼ਗਾਰ ਤਾਂ ਬਾਅਦ ਦੀ ਗੱਲ ਹੈ, ਸਾਨੂੰ ਪਹਿਲਾਂ ਸਾਡੇ ਉਸੇ ਰੁਜ਼ਗਾਰ ਤੇ ਮੁੜ ਬਹਾਲੀ ਸਾਡੀ ਕੀਤੀ ਜਾਵੇ। ਈਵਨ ਕਿ ਕੈਪਟਨ ਸਾਹਿਬ ਨਾਲ ਵੀ ਸਾਡੀਆਂ ਮਤਲਬ ਕਾਨਫਰੰਸ ਹੁੰਦੀ ਸੀਗੀ, ਉਹ ਕਹਿੰਦੇ ਸੀਗੇ ਕਿ ਜਦੋਂ ਜਿਹਦੇ 30 ਦਿਨ ਇੱਥੇ ਲੱਗ ਗਏ ਕੋਵਿਡ ਦੇ ਟਾਈਮ ਤਾਂ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ, ਸੰਗਰੂਰ ਵਾਸੀਆਂ ਨੂੰ, ਆਸ-ਪਾਸ ਦੇ ਪੰਜਾਬ ਦੇ ਲੋਕਾਂ ਨੂੰ, ਕਿ ਸਾਡੀ ਮਦਦ ਕਰੋ, ਅਸੀਂ ਬਹੁਤ ਦੁਖੀ ਹਾਂ। ਸਾਨੂੰ ਜੌਬ ਤੋਂ ਇੰਦਰਾ ਹਸਪਤਾਲ ਪਟਿਆਲਾ 'ਚ ਕੋਵਿਡ-19 ਮਹਾਮਾਰੀ ਨਾਲ ਚਿੱਟਣ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੁਆਰਾ ਕੱਢੀ ਗਈ ਇਸ਼ਤਿਹਾਰਬਾਜ਼ੀ ਰਾਹੀਂ ਭਰਤੀ ਕੀਤੇ ਕਲਾਸੀ ਨਰਸਿੰਗ ਸਟਾਫ ਅਤੇ ਪੈਰਾ ਮੈਡੀਕਲ ਸਟਾਫ ਨੂੰ ਨਵੀਆਂ ਭਰਤੀਆਂ ਕੱਢਣ ਤੋਂ ਪਹਿਲਾਂ ਖਾਲੀ ਪਈਆਂ ਅਸਾਮੀਆਂ ਨੂੰ ਪਹਿਲ ਦੇ ਆਧਾਰ ਤੇ ਬਹਾਲ ਕਰਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅੱਗੇ ਪਿਛਲੇ 3 ਮਹੀਨਿਆਂ ਤੋਂ ਕੋਰੋਨਾ ਯੋਧੇ ਹੱਕੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ। ਆਪਣਾ ਨਾਮ ਤੇ? ਮੇਰਾ ਨਾਮ ਬਿਮਲਾ ਰਾਣੀ ਆ। ਮੈਂ ਅੱਜ ਰਜਿੰਦਰਾ ਹਸਪੀਟਲ 'ਚ ਸਟਾਫ ਨਰਸ ਰਹਿ ਚੁੱਕੀ ਹਾਂ। ਕੋਵਿਡ ਵਿੱਚ ਕੰਮ ਕੀਤਾ ਸੀਗਾ। ਸਾਨੂੰ ਉਸ ਟਾਈਮ ਕੋਵਿਡ ਟਾਈਮ ਰੱਖਿਆ ਗਿਆ ਸੀਗਾ ਉੱਥੇ ਮਹਾਮਾਰੀ ਦੇ ਵਿੱਚ, ਜਿਸ ਟਾਈਮ ਕੈਪਟਨ ਦੀ ਸਰਕਾਰ ਸੀਗੀ, ਔਰ ਸਾਡੇ ਤੋਂ ਕੰਮ ਲੈ ਕੇ 1.5 ਸਾਲ ਸਾਨੂੰ ਕੈਪਟਨ ਸਰਕਾਰ ਕੱਢ ਕੇ ਆ ਵੀ ਤੁਰ ਗਿਆ ਕੈਪਟਨ, ਔਰ ਸਾਨੂੰ ਵੀ ਸੜਕਾਂ 'ਤੇ ਰੋਲ ਦਿੱਤਾ। ਫਿਰ ਚੰਨੀ ਸਰਕਾਰ ਆਈ। ਚੰਨੀ ਸਰਕਾਰ 'ਤੇ ਉਮੀਦ ਲੱਗੀ ਸੀ ਕਿ ਉਹ ਜੋ ਵਾਅਦੇ ਕਰ ਰਹੀ ਸੀ 36,000 ਮੁਲਾਜ਼ਮ ਪੱਕੇ ਹੋਣਗੇ, ਉਸ ਨੂੰ ਲੈ ਕੇ ਅਸੀਂ ਪ੍ਰੋਟੈਸਟ ਵੀ ਸ਼ੁਰੂ ਰੱਖਿਆ। ਅੱਜ ਸਾਨੂੰ 10 ਮਹੀਨੇ ਹੋ ਗਏ ਅਤੇ ਰਜਿੰਦਰਾ ਦੀ ਬਿਲਡਿੰਗ 'ਤੇ ਅਸੀਂ ਦੂਜੀ ਮੰਜ਼ਿਲ 'ਤੇ ਉੱਥੇ ਪ੍ਰੋਟੈਸਟ ਸ਼ੁਰੂ ਰੱਖਿਆ ਔਰ ਮਰਨ ਵਰਤੇ ਬੈਠੇ। ਜਿਸ ਟਾਈਮ ਭਗਵੰਤ ਮਾਨ ਸਾਹਿਬ ਸਾਡੇ ਕੋਲ ਆਏ ਸੀਗੇ ਕਿ ਤੁਸੀਂ ਮਰਨ ਵਰਤ ਖੋਲ੍ਹੋ, ਆਪਣੇ ਹੱਥੀਂ ਪਾਣੀ ਪਿਲਾ ਕੇ ਗਏ ਸੀ। ਜਦੋਂ ਮੇਰੀ ਸਰਕਾਰ ਆਈ, ਮੈਂ ਤੁਹਾਨੂੰ ਰੈਗੂਲਰ ਕਰਾਂਗਾ, ਪਰ ਰੈਗੂਲਰ ਤਾਂ ਕੀ ਕਰਨਾ, ਸਰਕਾਰ 'ਤੇ ਉਮੀਦ ਵੀ ਬਹੁਤ ਸੀ। ਅਸੀਂ ਉਹਨਾਂ ਦੇ ਲਈ ਵੋਟਾਂ ਮੰਗੀਆਂ, ਘਰ ਘਰ ਜਾ ਕੇ ਖੁਦ ਵੋਟਾਂ ਪਾਈਆਂ ਕਿ ਇਹ ਬਦਲਾਵ ਅਸੀਂ ਇੱਕ ਵਾਰੀ ਦੇਖਣਾ ਹੈ, ਕਿਉਂਕਿ ਸਾਡਾ ਭਵਿੱਖ ਵੀ ਬਣੇਗਾ ਔਰ ਅੱਗੇ ਆਉਣ ਵਾਲੇ ਬੱਚਿਆਂ ਦਾ ਵੀ ਇਹਨਾਂ ਨੂੰ ਵੋਟਾਂ ਪਾ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਸਾਨੂੰ ਉਸ ਟਾਈਮ ਫਕਰ ਮਹਿਸੂਸ ਹੁੰਦਾ ਸੀ ਸਾਡੇ ਪੇਰੈਂਟਸ ਨੂੰ, ਮਾਂ-ਬਾਪ ਨੂੰ, ਕਿ ਹੁਣ ਤੁਸੀਂ ਜੌਬ ਲੈ ਲਓਗੇ, ਪਰ ਨਹੀਂ, ਅੱਜ ਸਾਨੂੰ ਸੜਕਾਂ 'ਤੇ ਰੋਲ ਦਿੱਤਾ ਸਾਰੇ 'ਤੇ। ਅੱਜ ਸਾਨੂੰ 2.5 ਮਹੀਨੇ ਹੋ ਗਏ ਅਸੀਂ ਇੱਥੇ ਬੈਠੇ ਹੋਏ ਹਾਂ। ਅਸੀਂ ਭੁੱਖ ਹੜਤਾਲ 'ਤੇ ਵੀ ਬੈਠੇ, ਅਸੀਂ ਰੋਡ ਜਾਮ ਕੀਤੇ, ਆਪਣੇ 'ਤੇ ਤੇਲ ਪਾਇਆ, ਖੁਦ ਮੈਂ ਪਾਇਆ, ਆਪਣੇ ਸਰੀਰ ਨੂੰ ਦੁੱਖ ਦਿੱਤਾ, ਔਰ ਕਿੰਨੇ ਦਿਨ ਉਸ ਜ਼ਖਮ ਨੂੰ ਦੁੱਖ ਝੇਲਦੀ ਰਹੀ ਮੈਂ, ਕਿ ਨਹੀਂ, ਉਹਨਾਂ ਨੂੰ ਕੋਈ ਫਰਕ ਨਹੀਂ ਪਿਆ। ਸਾਡੇ ਨਾਲ ਪੁਲਿਸ 2016 ਵੇਟਿੰਗ ਸਟਾਫ ਉਹ ਵੀ ਇੱਥੇ ਧਰਨੇ 'ਤੇ ਬੈਠਾ। ਉਹਨਾਂ ਨੇ 2-3 ਦਿਨ ਪਹਿਲੇ ਉਹਨਾਂ ਨੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ, ਸੜਕ 'ਤੇ ਲੇਟ ਕੇ ਗੱਡੀ ਥੱਲੇ ਆਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਉਹਨਾਂ ਨੇ ਦਵਾਈ ਪੀਤੀ 2 ਜਣਿਆਂ ਨੇ, ਅਤੇ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਬਚਾਇਆ ਗਿਆ। ਪਰ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਹੈ। ਨਰਿੰਦਰ ਭਰਾਜ ਇੱਥੋਂ ਲੰਘ ਕੇ ਜਾਂਦੇ ਨੇ, ਸੀਐਮ ਭਗਵੰਤ ਮਾਨ ਦੀ ਮਾਤਾ ਜੀ ਇੱਥੇ ਜਾ ਕੇ ਤਮਾਸ਼ਾ ਦੇਖ ਕੇ ਜਾਂਦੇ ਨੇ, ਲੇਕਿਨ ਉਹਨਾਂ ਨੇ ਅੱਜ ਤੱਕ ਸਾਡੀ ਸਾਰ ਨਹੀਂ ਲਈ ਕਿ ਆ ਕੇ ਪੁੱਛ ਹੀ ਲਿਓ, ਬੱਚੇ ਤੁਹਾਡੀ ਕੀ ਤਕਲੀਫ ਹੈ। ਸਾਡੀ ਤਕਲੀਫ ਨੂੰ ਕਿਸੇ ਨਹੀਂ ਸੁਣਿਆ, ਔਰ ਅੱਜ ਅਸੀਂ ਇੰਨੇ ਦੁਖੀ ਹੋ ਚੁੱਕੇ ਹਾਂ ਨਾ ਕਿ ਦਿਲ ਕਰਦਾ ਸਾਨੂੰ ਮਰ ਜਾਈਏ ਤਾਂ ਚੰਗਾ ਹੈ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ, ਸੰਗਰੂਰ ਵਾਸੀਆਂ ਨੂੰ, ਆਸ-ਪਾਸ ਦੇ ਪੰਜਾਬ ਦੇ ਲੋਕਾਂ ਨੂੰ, ਕਿ ਸਾਡੀ ਮਦਦ ਕਰੋ, ਅਸੀਂ ਬਹੁਤ ਦੁਖੀ ਹਾਂ। ਸਾਨੂੰ ਜੌਬ ਤੋਂ ਕੱਢਿਆ ਗਿਆ ਸੀ, ਤੁਹਾਡੀਆਂ ਜਾਨਾਂ ਬਚਾਈਆਂ ਸੀਗੀਆਂ, ਔਰ ਅਸੀਂ ਉਸ ਟਾਈਮ ਕੁੱਦੇ ਸੀ ਜਦੋਂ ਤੁਹਾਡਾ ਪਰਿਵਾਰ ਕੋਵਿਡ ਦੇ ਵਿੱਚ ਆਉਂਦਾ ਸੀਗਾ, ਜਿਹਨੂੰ ਤੁਸੀਂ ਵੀ ਹੱਥ ਨਹੀਂ ਲਾਉਂਦੇ ਸੀ, ਲੇਕਿਨ ਅਸੀਂ ਉਹਨਾਂ ਨੂੰ ਕੋਲ ਜਾ ਕੇ ਆਪਣਾ ਫੇਸ ਕੋਲ ਕਰਕੇ ਉਹਨਾਂ ਦੇ ਕੰਨਾਂ ਦੇ ਕੋਲ ਜਾ ਕੇ ਗੱਲ ਸੁਣਦੇ ਸੀ, ਮੂੰਹ 'ਚ ਰੋਟੀ ਪਾਉਂਦੇ ਸੀ, ਉਹਨਾਂ ਦੇ ਡਾਈਪਰ ਚੇਂਜ ਕਰਦੇ ਸੀਗੇ, ਔਰ ਅਸੀਂ ਦਿਲ ਤੋਂ ਉਹਨਾਂ ਦੀ ਸੇਵਾ ਕੀਤੀ। ਅੱਜ ਸਾਡਾ ਪਲੀਜ਼ ਮੇਰੀ ਰਿਕੁਐਸਟ ਹੈ, ਸਾਥ ਦਿਓ ਸਾਡਾ, ਔਰ ਅੱਜ ਸਾਡਾ ਸਾਥ ਦਿਓਗੇ, ਤੁਹਾਡੇ ਬੱਚਿਆਂ ਦਾ ਵੀ ਸਾਥ ਅਸੀਂ ਦੇਵਾਂਗੇ, ਆਉਣ ਵਾਲੀਆਂ ਪੀੜ੍ਹੀਆਂ ਦੇਣਗੀਆਂ। ਤੁਹਾਡਾ ਬਹੁਤ ਧੰਨਵਾਦ। ਹਾਂਜੀ, ਤੁਸੀਂ ਇੱਥੇ ਕਾਫੀ ਦਿਨਾਂ ਦੇ ਧਰਨੇ 'ਤੇ ਬੈਠੇ ਹੋ, ਤੁਹਾਡਾ ਮੁੱਦਾ ਕੀ ਹੈ, ਕਿਉਂ ਬੈਠੇ? ਸਰ ਮੇਰਾ ਨਾਮ ਖੁਸ਼ਦੀਪ ਕੌਰ ਹੈ। ਮੈਂ ਪਟਿਆਲਾ ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜਾ ਕਿ ਨਰਸਿੰਗ ਕਰੋਨਾ ਕਾਲ ਦੇ ਵਿੱਚ ਸਟਾਫ ਰੱਖਿਆ ਗਿਆ ਸੀ, ਨਰਸਿੰਗ ਸਟਾਫ, ਉਹਨਾਂ ਵਿੱਚੋਂ ਇੱਕ ਹਾਂ। ਸਰ ਅਸੀਂ ਪਿਛਲੇ 2.5 ਮਹੀਨਿਆਂ ਤੋਂ ਇੱਥੇ ਲਗਾਤਾਰ ਜਿਹੜਾ ਸੰਗਰੂਰ ਸੀਐਮ ਸਾਹਿਬ ਦੀ ਰਿਹਾਇਸ਼ ਦੇ ਬਾਹਰ ਧਰਨਾ ਲਗਾ ਕੇ, ਪੱਕਾ ਮੋਰਚਾ ਲਗਾ ਕੇ ਬੈਠੇ ਹਾਂ, ਜਿੱਥੇ ਕਿ ਸਾਡੀ ਮੰਗ ਇਹ ਹੈ ਕਿ ਸਾਨੂੰ ਸਾਡੀ ਡਿਊਟੀ 'ਤੇ ਜੁਆਇਨ ਕਰਵਾਇਆ ਜਾਵੇ, ਜਿਹੜਾ ਕਿ ਸਾਡੀ ਐਕਸਟੈਂਸ਼ਨ 1 ਸਾਲ ਦੀ ਆਈ ਹੋਈ ਹੈ। ਸਾਡੇ ਨਾਲ ਦੇ ਜਿਹੜੇ ਅੰਮ੍ਰਿਤਸਰ ਤੇ ਫਰੀਦਕੋਟ ਵਾਲਾ ਸਟਾਫ ਹੈ ਉਹ ਡਿਊਟੀਜ਼ ਕਰ ਰਿਹਾ, ਸਿਰਫ ਇੱਕ ਰਜਿੰਦਰਾ ਹਸਪੀਟਲ ਪਟਿਆਲਾ ਦਾ ਸਟਾਫ ਹੈ ਜਿਨ੍ਹਾਂ ਨੂੰ ਕੋਈ ਜੁਆਇਨ ਨਹੀਂ ਕਰਵਾਇਆ ਜਾ ਰਿਹਾ। ਤਾਂ ਇਸੇ ਦੇ ਚੱਲਦੇ ਅਸੀਂ ਲਗਾਤਾਰ ਪਿਛਲੇ 2.5 ਮਹੀਨੇ ਤੋਂ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਆਪਣਾ ਜਿਹੜਾ ਮੋਰਚਾ ਚਲਾ ਰਹੇ ਹਾਂ। ਸਾਡੀ ਸਰ ਪਿਛਲੇ ਹੋਈ ਸੀ ਮੀਟਿੰਗ ਸਰ ਨਾਲ, ਸੀਐਮ ਸਾਹਿਬ ਨਾਲ, ਜਦੋਂ ਇੱਥੇ ਆਏ ਸੀ, ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਤੁਹਾਡੀ ਜੁਲਾਈ ਦੇ ਪਹਿਲੇ ਹਫਤੇ ਦੇ ਵਿੱਚ ਤੁਹਾਡਾ ਜਿਹੜਾ ਹੱਲ ਕੀਤਾ ਜਾਊਗਾ। ਪਰ ਸਰ ਜੁਲਾਈ ਦਾ ਪਹਿਲਾ ਅਤੇ ਦੂਜਾ ਹਫਤਾ ਦੋਨੋਂ ਲੰਘ ਗਏ ਨੇ, ਪਰ ਹਜੇ ਤੱਕ ਸਾਡਾ ਕੋਈ ਹੱਲ ਨਹੀਂ ਕੀਤਾ ਗਿਆ, ਜਿਸ ਦੇ ਚੱਲਦੇ ਕਿ ਲਗਾਤਾਰ ਅਸੀਂ ਆਪਣੇ ਜਿਹੜੇ ਐਕਸ਼ਨ ਨੇ ਉਹ ਲੈ ਰਹੇ ਹਾਂ ਅਤੇ
ਪਰਸੋਂ ਵੀ ਸਾਡਾ ਸਟਾਫ ਹੈ ਜਿਹੜਾ ਮਰਨ ਵਰਤ ਤੇ ਬੈਠਾ ਸੀਗਾ, ਜਿਸ ਨੂੰ ਕਿ ਲੱਖਾ ਸਿਧਾਣਾ ਜੀ ਵੱਲੋਂ ਖੁਲਵਾਇਆ ਗਿਆ। ਤਾਂ ਸਰ ਅਸੀਂ ਇਹੀ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਿਹੜੇ ਤੁਸੀਂ ਆਪਣੇ ਵਾਅਦੇ ਤੁਸੀਂ ਸਾਨੂੰ ਕਿਹਾ ਸੀ ਮਰਨ ਵਰਤ ਖੁਲਵਾਉਣ ਤੋਂ ਪਹਿਲਾਂ, ਜਦੋਂ ਤੁਸੀਂ 3 ਜਨਵਰੀ ਨੂੰ ਆਏ ਸੀ, ਤੁਸੀਂ ਕਿਹਾ ਸੀ ਕਿ ਤੁਹਾਨੂੰ ਰੈਗੂਲਰ ਬੇਸਿਸ ਤੇ, ਜਿਵੇਂ ਦਿੱਲੀ ਦੇ ਵਿੱਚ ਅਸੀਂ ਕਰੋਨਾ ਯੋਧਿਆਂ ਨੂੰ ਪੱਕੇ ਕੀਤਾ ਸੀ, ਤੁਹਾਨੂੰ ਪੱਕਾ ਰੁਜ਼ਗਾਰ ਦੇਵਾਂਗੇ। ਸਰ ਅਸੀਂ ਇੱਕੋ ਰਿਕੁਐਸਟ ਕਰਨਾ ਚਾਹਾਂਗੇ ਕਿ ਪੱਕਾ ਰੁਜ਼ਗਾਰ ਤਾਂ ਬਾਅਦ ਦੀ ਗੱਲ ਹੈ, ਸਾਨੂੰ ਪਹਿਲਾਂ ਸਾਡੇ ਉਸੇ ਰੁਜ਼ਗਾਰ ਤੇ ਮੁੜ ਬਹਾਲੀ ਸਾਡੀ ਕੀਤੀ ਜਾਵੇ। ਤੇ ਕਿਉਂਕਿ ਸਰ ਸਾਨੂੰ ਇੱਥੇ ਲਗਾਤਾਰ 2.5 ਮਹੀਨੇ ਤੋਂ ਬੈਠਿਆਂ ਨੂੰ ਹੋ ਗਏ, ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਮੀਂਹ ਕਣੀ ਤੁਸੀਂ ਦੇਖ ਸਕਦੇ ਹੋ ਸਰ, ਟੈਂਟ ਹੈ ਜਿਹੜਾ ਸਾਡਾ, ਉਹਦੀ ਵੀ ਹਾਲਤ ਕੋਈ ਚੰਗੀ ਨਹੀਂ ਹੈ। ਤੇ ਖਾਣਾ ਪੀਣਾ ਸਾਡਾ ਕੋਈ ਵੀ ਇੱਥੇ ਸਾਡੀ ਹੈ ਜਿਹੜੀ ਕੋਈ ਵੀ ਸਾਡੇ ਲਈ ਸਹੂਲਤ ਨਹੀਂ ਹੈ। ਤਾਂ ਅਸੀਂ ਇਹੀ ਬੇਨਤੀ ਕਰਨਾ ਚਾਹਾਂਗੇ ਕਿ ਸਾਡੀ ਜਿਹੜੀ ਹੈ ਸੁਣੀ ਜਾਵੇ ਗੱਲ, ਅਤੇ ਸਾਡੀ ਸੁਣਵਾਈ ਕੀਤੀ ਜਾਵੇ, ਜਲਦੀ ਤੋਂ ਜਲਦੀ ਸਾਡਾ ਹੱਲ ਕੀਤਾ ਜਾਵੇ। ਕੀ ਨਾਮ ਹੈ ਤੁਹਾਡਾ ਤੇ ਮੇਰਾ ਨਾਮ ਸੰਦੀਪ ਕੌਰ ਹੈ ਜੀ। ਅਸੀਂ ਰਜਿੰਦਰਾ ਹਸਪੀਟਲ ਵਿੱਚ ਐਜ਼ ਏ ਸਟਾਫ ਨਰਸ ਕੰਮ ਕੀਤਾ ਕੋਵਿਡ ਦੇ ਟਾਈਮ। ਉਸ ਟਾਈਮ ਕੰਮ ਕੀਤਾਗਾ ਜਿਸ ਟਾਈਮ ਜਿਹੜੀ ਸਰਕਾਰ ਮਤਲਬ ਕੋਈ ਵੀ ਆਪਣੇ ਦੇ ਕੋਲ ਨਹੀਂ ਖੜਦਾ ਸੀਗਾ, ਪਰ ਇਹਨਾਂ ਸਰਕਾਰਾਂ ਨੇ ਇੰਨਾ ਸਾਡੇ ਨਾਲ ਧੱਕਾ ਕੀਤਾਗਾ। ਜਿਹੜੀ ਚੰਨੀ ਸਰਕਾਰ ਸੀਗੀ ਉਹ ਵੀ ਇਸ ਟਾਈਮ ਕਹਿੰਦੀ ਸੀਗੀ ਤੁਹਾਨੂੰ ਪੱਕੇ ਕਰਾਂਗੇ। ਈਵਨ ਕਿ ਕੈਪਟਨ ਸਾਹਿਬ ਨਾਲ ਵੀ ਸਾਡੀਆਂ ਮਤਲਬ ਕਾਨਫਰੰਸ ਹੁੰਦੀ ਸੀਗੀ, ਉਹ ਕਹਿੰਦੇ ਸੀਗੇ ਕਿ ਜਦੋਂ ਜਿਹਦੇ 30 ਦਿਨ ਇੱਥੇ ਲੱਗ ਗਏ ਕੋਵਿਡ ਦੇ ਟਾਈਮ ਤਾਂ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ। ਪਰ ਕੈਬਨਿਟ ਵੀ ਚੱਲ ਗਿਆ, ਉਸ ਤੋਂ ਬਾਅਦ ਚੰਨੀ ਆਇਆ, ਚੰਨੀ ਨੇ ਵੀ ਸਾਨੂੰ ਕਿਹਾ ਕਿ ਅਸੀਂ ਤੁਹਾਨੂੰ ਪੱਕੇ ਕਰਾਂਗੇ, ਚੰਨੀ ਵੀ ਚੱਲ ਗਿਆ। ਫਿਰ ਉਸ ਤੋਂ ਬਾਅਦ 3 ਜਨਵਰੀ ਨੂੰ ਅਸੀਂ ਮਰਨ ਵਰਤ ਤੇ ਬੈਠੇ ਸੀਗੇ, ਜਿਸ ਟਾਈਮ ਭਗਵੰਤ ਮਾਨ ਸਾਹਿਬ ਅੱਜ ਦੇ ਸੀਐਮ ਮੌਜੂਦਾ ਸੀਐਮ ਆਏ ਸੀਗੇ, ਉਹਨਾਂ ਨੇ ਸਾਨੂੰ ਮਤਲਬ ਭਰੋਸਾ ਦਿਵਾਇਆ ਸੀ ਕਿ ਜਦੋਂ ਸਾਡੀ ਸਰਕਾਰ ਆਉਂਦੀ ਆ, ਨਾਲੇ ਤਾਂ ਮਰਨ ਵਰਤ ਖਿਲਾ ਕੇ ਗਏ ਸੀਗੇ, ਨਾਲੇ ਕਹਿੰਦੀ ਜਦੋਂ ਸਾਡੀ ਸਰਕਾਰ ਆਉਂਦੀ ਆ ਸਾਰਿਆਂ ਨੂੰ ਪਹਿਲਾਂ ਜਿਹੜੇ 5-7 ਫੈਸਲੇ ਨੇ ਉਹਨਾਂ ਵਿੱਚ ਸਭ ਤੋਂ ਪਹਿਲਾ ਫੈਸਲਾ ਤੁਹਾਡਾ ਕੀਤਾ ਜਾਊਗਾ। ਪਰ ਅੱਜ 3 ਤੋਂ ਵੀ 4 ਮਹੀਨੇ ਹੋ ਚੁੱਕੇ ਨੇ ਨਵੀਂ ਸਰਕਾਰ ਆਈ ਨੂੰ, ਪਰ ਹਜੇ ਤੱਕ ਸਾਡਾ ਮੁੱਦਾ ਕੋਈ ਵੀ ਨੇੜੇ ਤੇੜੇ ਨਹੀਂ ਹੈਗਾ। ਜੇ ਸਿਰਫ 2 ਵਾਰ ਸਾਡੀ ਭਗਵੰਤ ਮਾਨ ਸਾਹਿਬ ਨਾਲ ਮੀਟਿੰਗ ਹੋ ਗਈ ਸੀਐਮ ਬਣ ਤੋਂ ਬਾਅਦ ਵੀ, ਪਰ ਇਹਨਾਂ ਨੇ ਸਾਨੂੰ ਕੋਈ ਵੀ ਸਿਰਫ ਇਹ ਕਿਹਾਗਾ ਕਿ ਤੁਹਾਡਾ ਮੁੱਦਾ ਚੱਲ ਰਿਹਾ। ਸਾਨੂੰ ਇਹ ਨਹੀਂ ਸਮਝ ਆ ਰਹੀ ਵੀ ਸਾਡਾ ਮੁੱਦਾ ਚੱਲ ਕਿੱਥੇ ਰਿਹਾਗਾ। ਪਰ ਸਰਕਾਰ ਕਹਿੰਦੇ ਹੁੰਦੇ ਨੇ ਕਿ ਜਿਹੜੀਆਂ ਸਰਕਾਰਾਂ ਪਹਿਲੀਆਂ ਤੀ ਉਹੀ ਕੁਛ ਅੱਜ ਦੀਆਂ ਸਰਕਾਰਾਂ ਵੀ ਇਹੀ ਕੁਛ ਕਰ ਰਹੀਆਂ ਨੇਗੇ। ਇੱਕ ਟਾਈਮ ਤਾਂ ਕਹਿ ਰਹੇ ਨੇ ਅਸੀਂ ਆਮ ਬੰਦੇ ਆਂਗੇ, ਅੱਜ ਦੀ ਘੜੀ ਦੇਖੋ ਇੱਕ ਖਾਲੀ ਕੋਠੀ ਤੇ ਇਹਨਾਂ ਨੇ ਇੰਨੀ ਸਿਕਿਉਰਿਟੀ ਲਾਈ ਹੋਈ ਹੈਗੀ ਕਿ ਜਿਹੜੀ ਉਹ ਕਹਿੰਦੇ ਸੀਗੇ ਅਸੀਂ ਸਿਕਿਉਰਿਟੀ ਲੈਂਦੇ ਹੀ ਨਹੀਂਗੀ। ਅੱਜ ਦੀ ਘੜੀ ਕਹਿੰਦੇ ਇੱਕ ਟਾਈਮ ਕਹਿੰਦੇ ਤੇ ਅਸੀਂ ਸਿਕਿਉਰਿਟੀ ਨਹੀਂ ਲੈ ਰਹੇ ਹੈਗੇ। ਤੇ ਇਹ ਬੰਦੇ ਨੂੰ ਚੰਡੀਗੜ੍ਹ ਤੋਂ ਸੰਗਰੂਰ ਆਉਣ ਲਈ ਵੀ ਪਹਿਲਾਂ ਹਾਈਵਾ ਤੇ ਆਉਣਾ ਪੈਂਦਾ, ਪਲੇਨ ਤੇ ਪਹਿਲਾਂ ਪਟਿਆਲੇ ਤੱਕ ਪਲੇਨ ਤੇ ਆਉਂਦਾਗਾ, ਉਸ ਤੋਂ ਬਾਅਦ ਫਿਰ ਗੱਡੀਆਂ ਇਹਦੀਆਂ ਚੰਡੀਗੜ੍ਹ ਪਟਿਆਲੇ ਤੋਂ ਸੰਗਰੂਰ ਤੱਕ ਆਉਂਦੀਆਂ ਨੇਗੀਆਂ। ਇਹ ਸੋਚੋ ਦੇਖੋ ਵੀ ਕਿੰਨਾ ਇਹ ਸਾਡੀ ਮਤਲਬ ਸਾਡੇ ਰੁਜ਼ਗਾਰ ਨੂੰ ਧੱਕਾ ਮਾਰ ਕੇ ਇਹ ਆਪਦੀਆਂ ਜਿਹੜੀਆਂ ਐਸਪ੍ਰਸਤੀਆਂ ਨੇ ਉਹ ਕਰ ਰਹੇ ਨੇਗੇ ਚੁੱਕੇ ਨੇ ਸਾਨੂੰ ਇੱਥੇ ਬੈਠਿਆਂ ਨੂੰ। ਪਰ ਹਜੇ ਤੱਕ ਸਾਡੀ ਕੋਈ ਸਾਰ ਨਹੀਂ ਲਾਈ ਗਈ ਹੈਗੀ। ਅੱਜ ਤੋਂ 2-3 ਦਿਨ ਪਹਿਲਾਂ ਇਹਨਾਂ ਦੇ ਮਾਤਾ ਸਾਹਿਬ ਆਏ ਸੀਗੇ, ਉਹ ਇੱਥੋਂ ਦੀ ਸਾਡੇ ਕੋਲੋਂ ਦੀ 2 ਵਾਰ ਲੰਘ ਚੁੱਕੇ ਨੇਗੇ, ਪਰ ਉਹਨਾਂ ਨੇ ਇਹ ਨਹੀਂ ਉੱਠ ਕੇ ਦੇਖਿਆ ਹੈਗਾ, ਖੜ ਕੇ ਇੱਕ ਇਨਸਾਨੀਅਤ ਦੇ ਨਾਂ ਤੇ ਹੀ ਦੇਖ ਲੈਂਦੇ ਵੀ ਹਾਂ ਬੱਚੇ ਬੈਠੇ ਨੇ, ਵੀ ਬੱਚਿਆਂ ਨੂੰ ਅਸੀਂ ਪੁੱਛ ਲਈਏ ਬੱਚੇ ਤੁਸੀਂ ਕਿਵੇਂ ਹੋਗੇ। ਇੱਕ ਟਾਈਮ ਤੇ ਤਾਂ ਇਹਦੀ ਮਾਤਾ ਜੀ ਕਹਿੰਦੇ ਸੀਗੇ ਕਿ ਮੇਰਾ ਪੁੱਤ ਸਾਰਿਆਂ ਦੇ ਦੁੱਖ ਦਰਦ ਸੁਣੂਗਾ, ਪਰ ਅੱਜ ਇਹਦੀ ਮਾਤਾ ਖੁਦ ਨਹੀਂ ਸੁਣਨ ਆ ਰਹੀ ਹੈਗੀ, ਦੇਖ ਰਹੀ ਹੈਗੀ ਵੀ ਹਾਂ ਇੱਥੇ ਬੱਚੇ ਬੈਠੇ ਨੇ ਕਿਸੇ ਦੇ। ਧੁੱਪ ਹਨੇਰੀ ਤੂਫਾਨ ਜਿਹੜਾ ਕਿ ਸਾਡੇ ਉੱਤੋਂ ਦੀ ਲੰਘ ਰਿਹਾ ਗਾ, ਪਰ ਕਿਸੇ ਸਰਕਾਰ ਦਾ ਨੁਮਾਇੰਦਾ ਜੋ ਵੀ ਆ, ਜੇ ਮੌਜੂਦਾ MLA ਕੋਈ ਵੀ ਹੈਗਾ, ਹਜੇ ਤੱਕ ਸਾਡੀ ਕਿਸੇ ਨੇ ਵੀ ਸਾਰ ਨਹੀਂ ਲੈਤੀ ਹੈਗੀ।